ਜਲੰਧਰ ਦੇ ਦਮੋਰੀਆ ਪੁਲ ਥੱਲੇ ਬਣੇ ਸਾਂਝ ਕੇਂਦਰ ਵਿੱਚ ਏਜੰਟਾਂ ਦੇ ਗਰੁੱਪ ਦਾ ਵਾਰਡ ਨੰਬਰ 17 ਤੋਂ ਕੌਂਸਲਰ ਸ਼ੈਲੀ ਖੰਨਾ ਵੱਲੋਂ ਪਰਦਾਫਾਸ਼ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਥੇ ਏਜੰਟ ਪ੍ਰਵਾਸੀਆਂ ਕੋਲੋਂ ਬਿਨਾਂ ਕਿਸੇ ਪ੍ਰੂਫ ਦੇ ਆਧਾਰ ਕਾਰਡ ਬਣਵਾਉਣ ਦਾ 500 ਤੋਂ 1500 ਰੁਪਏ ਤੱਕ ਚਾਰਜ ਕਰ ਰਹੇ ਸਨ। ਜਦੋਂ ਭਾਜਪਾ ਕੌਂਸਲਰ ਸ਼ੈਲੀ ਖੰਨਾ ਨੇ ਇੱਕ ਮਹਿਲਾ ਏਜੰਟ ਨੂੰ ਰੰਗੇ ਹੱਥੀਂ ਫੜਿਆ ਤਾਂ ਉਸ ਦੇ ਬੈਗ ਵਿੱਚੋਂ ਖਾਲੀ ਫਾਰਮ ਮਿਲੇ, ਜਿਸ 'ਤੇ ਵਾਰਡ ਨੰਬਰ 60 ਦੇ ਕੌਂਸਲਰ ਦੀ ਸਟੈਂਪ ਲੱਗੀ ਹੋਈ ਸੀ। ਮਹਿਲਾ ਏਜੰਟ ਨੇ ਦੱਸਿਆ ਕਿ ਉਹ 50 ਰੁਪਏ ਪ੍ਰਤੀ ਫਾਰਮ ਕੌਂਸਲਰ ਨੂੰ ਦਿੰਦੀ ਹੈ। ਜਦੋਂ ਇਸ ਸੰਬੰਧੀ ਕੌਂਸਲਰ ਦਾ ਪੱਖ ਜਾਣਨਾ ਚਾਹਿਆ ਤਾਂ ਉਸ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਕਿਹਾ ਕਿ ਉਸ ਦੇ ਦਫ਼ਤਰ ਵਿੱਚ ਕੋਈ ਵੀ ਮੋਹਰ ਲਗਵਾ ਸਕਦਾ ਹੈ ਅਤੇ ਉਹ ਇਸ ਦਾ ਕੋਈ ਵੀ ਚਾਰਜ ਨਹੀਂ ਲੈਂਦਾ। ਪਰ ਜਦੋਂ ਕੌਂਸਲਰ ਨੂੰ ਪੁੱਛਿਆ ਗਿਆ ਕਿ ਮਹਿਲਾ ਏਜੰਟ ਕੋਲ ਖਾਲੀ ਫਾਰਮ 'ਤੇ ਉਸ ਦੀ ਮੋਹਰ ਲੱਗੀ ਹੋਈ ਮਿਲੀ ਤਾਂ ਉਸ ਨੇ ਟਾਲ ਮਟੋਲ ਕਰਨਾ ਸ਼ੁਰੂ ਕਰ ਦਿੱਤਾ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮੋਹਰ ਦੇ ਖੇਡ ਪਿੱਛੇ ਕੀ ਚੱਲ ਰਿਹਾ ਹੈ। ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਕੌਂਸਲਰ ਸ਼ੈਲੀ ਖੰਨਾ ਦੇ ਦਫ਼ਤਰ ਤੋਂ ਬਸ਼ੀਰਪੁਰਾ ਨਿਵਾਸੀ ਰਾਜਕੁਮਾਰ ਨਾਮਕ ਵਿਅਕਤੀ ਫਾਰਮ 'ਤੇ ਮੋਹਰ ਲਗਵਾ ਕੇ ਗਿਆ, ਪਰ ਉਸ ਦਾ ਸਾਂਝ ਕੇਂਦਰ ਵੱਲੋਂ 3 ਵਾਰ ਫਾਰਮ ਰਿਜੈਕਟ ਕਰ ਦਿੱਤਾ ਗਿਆ। ਮਹਿਲਾ ਏਜੰਟ ਦੇ ਕੋਲ ਭੇਜ ਦਿੱਤਾ ਗਿਆ। ਮਹਿਲਾ ਏਜੰਟ ਨੇ ਉਸ ਨੂੰ ਕਿਹਾ ਕਿ ਉਹ 500 ਰੁਪਏ ਉਸ ਨੂੰ ਦੇਵੇ ਤਾਂ ਉਹ ਉਸ ਦਾ ਕੰਮ ਕਰਵਾ ਦੇਵੇਗੀ। ਜਦੋਂ ਇਸ ਸੰਬੰਧੀ ਕੌਂਸਲਰ ਸ਼ੈਲੀ ਖੰਨਾ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਖੁਦ ਸਾਂਝ ਕੇਂਦਰ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਤਾਂ ਇਸ ਵਿੱਚ ਕੁਝ ਹੋਰ ਹੀ ਖੁਲਾਸਾ ਸਾਹਮਣੇ ਆਇਆ। ਇਸ ਮੌਕੇ ਪੰਡਿਤ ਦੀਨ ਦਿਆਲ ਉਪਾਧਿਆਇ ਸਮ੍ਰਿਤੀ ਮੰਚ ਦੇ ਕਿਸ਼ਨ ਲਾਲ ਸ਼ਰਮਾ ਨੇ ਕਿਹਾ ਕਿ ਬਾਹਰੋਂ ਆਏ ਪ੍ਰਵਾਸੀਆਂ ਕੋਲੋਂ ਪ੍ਰੂਫ ਨਾ ਹੋਣ ਦਾ ਇਹ ਲੋਕ ਫਾਇਦਾ ਚੁੱਕਦੇ ਹਨ ਅਤੇ ਮੂੰਹ ਮੰਗੇ ਪੈਸੇ ਲੈ ਕੇ ਉਹਨਾਂ ਦਾ ਕੰਮ ਕਰਦੇ ਹਨ। ਉਹਨਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਡਿਪਟੀ ਕਮਿਸ਼ਨਰ ਸਾਹਿਬ ਕੋਲ ਲੈ ਕੇ ਜਾਣਗੇ ਅਤੇ ਇਸ ਮਿਲੀਭੁਗਤ ਵਿੱਚ ਸ਼ਾਮਲ ਕੌਂਸਲਰ 'ਤੇ ਵੀ ਬਣਦੀ ਕਾਰਵਾਈ ਦੀ ਮੰਗ ਕਰਨਗੇ। ਜਲੰਧਰ ਤੋਂ ਸੁਖਵਿੰਦਰ ਸਿੰਘ ਦੀ ਰਿਪੋਰਟ। ਜੀ ਸਤਿ ਸ਼੍ਰੀ ਅਕਾਲ ਜੀ ਭਾਜੀ। ਸਰ ਅਵਤਾਰ ਸਿੰਘ ਕੌਂਸਲਰ ਸਾਹਿਬ ਬੋਲ ਰਹੇ ਜੀ। ਹਾਂਜੀ ਭਾਜੀ, ਤੁਸੀਂ ਕੌਣ? ਸਰ ਮੈਂ ਸੁਖਵਿੰਦਰ ਸਿੰਘ ਗੱਲ ਕਰ ਰਿਹਾ, ਖੁਸ਼ਬੂ ਪੰਜਾਬ ਦੀ ਅਖਬਾਰ ਤੋਂ ਜੀ। ਹਾਂਜੀ ਹਾਂਜੀ ਸਰ ਇੱਕ ਨਾ ਸਾਂਝ ਸੁਵਿਧਾ ਕੇਂਦਰ ਹੈਗਾ ਜਿਹੜਾ ਦਮੋਰੀਆ ਪੁਲ ਦੇ ਕੋਲ ਚੱਲ ਰਿਹਾ। ਹਾਂਜੀ ਉਹਦੇ ਵਿੱਚ ਇੱਕ ਲੜਕੀ ਏਜੰਟ ਸੀਗੀ, ਬਾਹਰ ਬੈਠੀ ਹੁੰਦੀ, ਫਾਰਮ ਭਰਦੀ ਸੀਗੀ, ਲੋਕਾਂ ਕੋਲ ਪੈਸੇ ਲੈ ਕੇ। ਹਾਂ ਹਾਂ ਤੇ ਉਹਦੇ ਸਰ ਉਹਦਾ ਵਰਸ਼ਨ ਲਿੱਤਾ ਤੇ ਉਹ ਨਾ ਉਹਨੇ ਤੁਹਾਡਾ ਦੱਸਿਆ ਕਿ ਮੈਂ 50 ਰੁਪਏ ਦੇ ਕੇ ਕੌਂਸਲਰ ਸਾਹਿਬ ਕੋਲ ਮੋਹਰ ਲਵਾਉਣੀ ਹੈ ਜੀ। ਐਵੇਂ ਮਾਰਦੀ ਆ ਰੱਬ ਜਾਦੀ। ਅਸੀਂ ਤਾਂ ਕਦੀ ਉਹਨਾਂ ਨੇ ਅਸੀਂ ਤਾਂ ਫਾਰਮ ਭਰਦੇ ਪੈਸੇ ਨਹੀਂ ਲੈਂਦੇ ਕਿਸੇ ਕੋਲ। ਨਹੀਂ ਤੇ ਉਹ ਜਿਹੜਾ ਉਹ ਕਹਿ ਰਹੀ ਐਲੀਗੇਸ਼ਨ ਲਾ ਰਹੀ ਤੁਹਾਡੇ 50 ਰੁਪਏ ਲੈ ਰਹੇ ਫਾਰਮ ਭਰਨ ਦੇ, ਤੁਹਾਡੇ ਮੋਹਰ ਲਾਉਂਦੇ, ਉਹਦਾ ਬਾਰੇ ਕੀ ਕਹਿਣਾ ਚਾਹੋਗੇ ਸਰ ਤੁਸੀਂ? ਭਾਜੀ ਮੇਰਾ ਮੁੰਡਾ ਮੈਂ ਤਨਖਾਹ ਤੇ ਰੱਖਿਆ ਆ ਇੱਥੇ। ਅੱਛਾ ਜੀ। ਉਹ ਫ੍ਰੀ ਸਰਵਿਸ ਹੈ ਸਾਡੀ। ਤੇ ਸਰ ਉਹਦੇ ਕੋਲ ਜਿਹੜੇ ਫਾਰਮ ਆ ਤੁਸੀਂ ਉਹ ਪੜ੍ਹ ਕੇ ਦੇਖ ਕੇ ਲਗਾਉਂਦੇ ਮੋਹਰ ਕਿ ਉਹਦੇ ਲਗਾ ਦਿੰਦੇ ਪੈਸੇ? ਨਹੀਂ ਨਹੀਂ, ਪਤਾ ਗੱਲ ਕੀ ਆ, ਮੇਰੇ ਕੋਲ ਕੋਈ ਵੀ ਭਾਜੀ ਆਉਂਦਾ ਨਾ, ਮੈਂ ਮੋਹਰ, ਦੇਖੋ ਮੇਰੀ ਗੱਲ ਸੁਣ, ਮੇਰੇ ਕੋਲ 4-5 ਇੱਥੇ ਲਾਗੇ ਲਾਗੇ ਕਾਉਂਸਲਰ ਜਿਹੜੇ ਹੈਗੇ ਆ, ਲੇਡੀਜ਼ ਕਾਉਂਸਲਰ ਹੈ, ਮੇਰੇ ਕੋਲ ਜਿਹੜੇ ਆ ਜਾਂਦਾ ਮੈਂ ਮੋਹਰ ਲਵਾ ਦਿੰਦਾ। ਮੈਂ ਆਪਾਂ ਨੂੰ ਕੋਈ ਫਰਕ ਨਹੀਂ, ਮੇਰੇ ਕਹਿਣ ਦਾ ਮਤਲਬ ਸਰ ਇਹ ਕਿ ਤੁਸੀਂ ਫਾਰਮ ਚੰਗੀ ਤਰ੍ਹਾਂ ਪੜ੍ਹ ਕੇ ਦੇਖ ਕੇ ਲਗਾਉਂਦੇ ਮੋਹਰ ਕਿ ਉਹਦੇ ਲਗਾ ਦਿੰਦੇ? ਪੜ੍ਹ ਕੇ ਲਾਉਨੇ ਆ, ਪੜ੍ਹ ਕੇ ਲਾਉਨੇ ਆਪਾਂ। ਸਰ ਉਹਦੇ ਕੋਲ ਘੱਟੋ ਘੱਟ 30-40 ਫਾਰਮ ਐਸੇ ਜਿੱਥੇ ਤੁਹਾਡੇ ਖਾਲੀ ਫਾਰਮ ਉੱਤੇ ਫੋਟੋ ਤੇ ਮੋਹਰਾਂ ਲੱਗੀਆਂ ਹੋਈਆਂ। ਹੋ ਹੀ ਨਹੀਂ ਸਕਦਾ ਭਾਈ, ਇਹ ਤਾਂ 30-40 ਫਾਰਮ ਕਦੀ ਹੋ ਹੀ ਨਹੀਂ ਸਕਦਾ ਇਦਾਂ ਦਾ ਕੋਈ। ਮੈਂ ਸਰ ਵਿਦ ਪ੍ਰੂਫ ਮੇਰੇ ਕੋਲ ਹੈਗਾ, ਮੈਂ ਕੋਈ ਲੜਕੀ ਦੀ ਬਾਈਟ ਕੀਤੀ, ਵਰਸ਼ਨ ਲਿੱਤਾ ਜੀ। ਤੁਸੀਂ ਕਿੱਥੇ ਤੁਹਾਡੀ ਬਾਈਟ ਕਰ ਲੈਣਾ ਆ ਕੇ? ਨਹੀਂ ਤੁਸੀਂ ਆ ਜਾਓ, ਮੈਂ ਦਫ਼ਤਰ ਆ ਜਾਣਾ। ਉਹਦੇ ਵਿੱਚ ਸਾਡਾ ਉਹਦੇ ਵਿੱਚ ਕੀ ਕਸੂਰ ਹੈ? ਜੇ ਹੁਣ ਸਾਡੇ ਕੋਲ ਨਹੀਂ, ਮੈਂ ਕਸੂਰ ਨਹੀਂ ਕਹਿ ਰਿਹਾ ਸਰ, ਉਹ ਖਾਲੀ ਫਾਰਮ ਉੱਤੇ ਤਾਂ ਸਾਈਨ ਜਿਹੜੇ ਕੀਤੇ ਉਹਦੇ ਤੋਂ ਸਾਫ਼ ਕਲੀਅਰ ਹੋ ਰਿਹਾ ਕਿ ਪੇਡ ਸਰਵਿਸ ਹੈਗੀ ਹੈ। ਉਹ ਵੀ ਖਾਲੀ ਫਾਰਮ ਉੱਤੇ ਸਰ ਸਾਈਨ ਕੀਤੇ ਹੋਏ ਜੀ। ਨਹੀਂ ਨਹੀਂ, ਮੇਰੀ ਗੱਲ ਸੁਣ, ਗੱਲ ਪਤਾ ਕੀ ਆ ਕਿ ਲੜਕੀਆਂ ਜੇ ਉੱਥੇ ਸਾਡੇ ਕੋਲ ਕਈ ਆਉਂਦੇ ਆ, ਸਾਨੂੰ ਹੁਣ ਕੀ ਪਤਾ ਵੀ ਇਹ ਕਿੱਥੇ ਕੁੜੀ ਆਪਣੇ ਕੰਮ ਕਰਦੀ ਆ ਕੀ ਨਹੀਂ ਕਰਦੀ। ਇਹ ਸਰ ਏਜੰਟੀ ਕਰਦੇ ਆ ਬਾਹਰ ਸਾਂਝ ਕੇਂਦਰ ਦੇ ਬਾਹਰ, ਜਿਹਦੇ ਵਿੱਚ ਉਹ ਬਾਹਰੋਂ ਜਿਹੜੇ ਲੋਕੀ ਅੰਦਰ ਜਾਂਦੇ ਨਾ ਉਹਨਾਂ ਦਾ ਫਾਰਮ ਇਹ ਬਾਹਰ ਭਰਦੇ ਆ। ਉਹ ਕਹਿੰਦੇ ਕਿ ਅਸੀਂ 50 ਰੁਪਏ ਦੇ ਗਏ। ਹਾਂਜੀ, ਮੈਂ ਸਾਨੂੰ ਕੀ ਭਾਜੀ ਕਹਿਣਾ ਚਾਹੁੰਦਾ, ਮੈਂ ਤਾਂ ਸਾਨੂੰ ਇੱਕੋ ਗੱਲ ਕਹਿਣਾ ਕਿ ਮੇਰੇ ਦਫ਼ਤਰ ਕੋਈ ਬੰਦਾ ਭੇਜੋ ਤੁਸੀਂ। ਅੱਛਾ ਜੀ। ਕੋਈ ਭੇਜ ਦਿਓ। ਜੇ ਉਹਨਾਂ ਦੇ ਕੋਲ 1 ਰੁਪਈਆ ਵੀ ਆਪਾਂ ਕਿਤੇ ਲੈਂਦੇ ਹੋਵਾਂਗੇ, ਜੋ ਕਦੇ ਦੇਣਾ ਅਸੀਂ ਫ੍ਰੀ। ਮੈਂ ਤੁਹਾਡੀ ਗੱਲ ਨਾਲ ਐਗਰੀ ਹਾਂ ਜੀ, ਬਟ ਉਹਦੇ ਕੋਲ 20-25 ਫਾਰਮ ਐਸੇ ਆ ਜਿੱਥੇ ਸਿਰਫ ਖਾਲੀ ਫਾਰਮਾਂ ਤੇ ਤੁਹਾਡੀ ਮੋਹਰ ਲੱਗੀ ਹੋਈ ਹੈ। ਏਦਾਂ ਭਾਜੀ ਕਦੀ ਹੋ ਹੀ ਨਹੀਂ ਸਕਦਾ। ਮੈਂ ਕਦੇ ਸਰ ਲਗੋਜੇ ਹੋਇਆ ਹੋਵੇ ਜੀ, ਪਰ ਮੈਨੂੰ ਤਾਂ ਤੁਹਾਨੂੰ ਚੈੱਕ ਕਰਾਂ ਤੇ WhatsApp ਚੱਲਦਾ, ਮੈਂ WhatsApp ਤੇ ਭੇਜ ਦਿੰਦਾ ਜੀ ਤੁਹਾਨੂੰ। ਨਹੀਂ ਨਹੀਂ, ਕੀ ਇਹ ਹੋ ਸਕਦਾ? ਕੀ ਪਤਾ ਉਹਨਾਂ ਨੇ ਆਪਣੇ ਡੁਪਲੀਕੇਟ ਹੀ ਮੋਹਰ ਬਣਾਈ ਹੋਵੇ। ਸਰ ਤੁਹਾਡੇ ਇਹ ਤੁਸੀਂ ਕਲੀਅਰ ਕਰੋ, ਮੈਂ ਤੁਹਾਡਾ ਵਰਸ਼ਨ ਲੈਣਾ ਆ ਗਈ।
ਹਾਂ ਤੇ ਉਹ ਭੇਜੋ ਮੈਨੂੰ ਵਾਲੀ। ਮੈਂ ਤੁਹਾਨੂੰ ਆ ਰਿਹਾ ਦਫ਼ਤਰ ਤੁਹਾਡਾ ਕਿੱਥੇ ਹੈਗਾ ਸਰ? ਦਫ਼ਤਰ ਦੁਆਬਾ ਚੌਂਕ ਮੇਰਾ। ਬਸ ਦੁਆਬਾ ਚੌਂਕ ਆ ਗਿਆ ਜੀ ਮੈਂ 2 ਮਿੰਟ। ਹਾਂਜੀ ਹਾਂਜੀ ਆ ਜਾਓ। ਉਹ ਕੰਮ ਉਹੀ ਤਾਂ ਫਾੜੀ ਹੋਏ ਮੈਂ ਵਿੱਚੋਂ ਫੋਨ ਪਾਉਂਦਾ ਜਿਹੜੇ ਤੁਸੀਂ ਉਹਨਾਂ ਦਾ ਮੈਨੂੰ ਪਤਾ ਕਰਕੇ ਦੇਣਾ। ਮੈਂ ਪਤਾ ਕਰਕੇ ਦਊਂਗਾ ਜੀ ਉਹਦਾ ਇਹਨੂੰ ਤਾਂ ਇਹਨਾਂ ਨੇ ਬੇਟਾ ਏਦਾਂ ਹੀ ਹੁੰਦਾ ਹੈ। ਸਟੈਂਪ ਉਹ ਕਿੱਥੇ ਲੈਣ ਗਿਆ ਇਹ ਦੇ ਕਿਹੜਾ ਕਾਉਂਸਲਰ ਮੈਮ ਲੈਂਦਾ ਕਿਹੜੇ ਕਾਉਂਸਲਰ ਦੀ ਲੈ ਰਿਹਾ ਤੁਹਾਡੇ ਕੋਲ 50 ਰੁਪਏ ਇੱਕ ਮੋੜ ਲਾਉਣ ਦੇ? ਦੱਸ ਦਿਓ, ਕੋਈ ਚੱਕਰ ਨਹੀਂ। ਡਰਨ ਦੀ ਲੋੜ ਨਹੀਂ, ਮੈਂ ਤੇਰੇ ਨਾਲ ਹਾਂ। ਦੱਸ ਦਿਓ ਕਿਹੜਾ ਕਾਉਂਸਲਰ? ਜੋ ਆਪਾਂ ਚੌਂਕ ਵਾਲੀ ਹੈ ਨਾ, ਜੋ ਆਪਾਂ ਚੌਂਕ ਹਾਂਜੀ ਉਹ ਲੈਂਦੇ ਸੀ। ਕੀ ਨਾਮ ਹੈ ਜੀ? ਅਵਤਾਰ ਸਿੰਘ। ਅਵਤਾਰ ਸਿੰਘ। ਕਿਹੜਾ ਨੰਬਰ ਵਾਰਡ ਨੰਬਰ ਪੈਂਦਾ ਉਹਨਾਂ ਦਾ? ਵਾਰਡ ਨੰਬਰ ਕਿੰਨੇ 50 ਰੁਪਏ ਲੈਂਦੇ ਇੱਕ ਮੋੜ ਲਾਉਣ ਦੇ? ਹਾਂਜੀ। ਉਹ ਵੀ ਵਿਦਆਊਟ ਡਾਕੂਮੈਂਟ ਬਿਨਾਂ ਡਾਕੂਮੈਂਟ ਦੇਖੇ ਕੁਛ ਵੀ ਉਹਦੇ ਮੋੜ ਲਾ ਦਿੰਦੇ ਤੁਹਾਨੂੰ? ਨਹੀਂ ਨਹੀਂ, ਉਹ ਵੈਸੇ ਪ੍ਰੂਫ ਦੇਖਦੇ ਹੈਗੇ ਆ। ਨਹੀਂ ਅੱਛਾ। ਤੁਸੀਂ ਇਹ ਬੰਦੇ ਦਾ ਕੋਈ ਪ੍ਰੂਫ ਨਹੀਂ ਹੈਗਾ। ਇਹਦਾ ਕਿਸ ਬਿਹਾਰ ਤੇ ਤੁਸੀਂ ਬਣਾਓਗੇ ਜੀ? ਇਹ ਦੇਖੋ ਮੈਂ ਕਰਵਾਉਣਾ ਹੀ ਨਹੀਂ ਸੀਗਾ ਕੰਮ। ਇਹਦਾ ਪ੍ਰੂਫ ਨਹੀਂ ਹੈਗਾ, ਤੁਸੀਂ ਕਿੱਦਾਂ ਕਰਾਉਂਦੇ? ਤੁਸੀਂ ਕੱਲ ਹੁਣੇ ਵੀ ਇਹ ਕਿਹਾ ਬਾਰੇ ਇਹਨਾਂ ਜੀ, ਤੁਸੀਂ ਹੁਣੇ ਬਾਰੇ ਹੀ ਕਿਹਾ। ਮੇਰੇ ਕੋਲ ਰਿਕਾਰਡਿੰਗ ਪਈ ਹੈ, ਇਹਨਾਂ ਕੋਲ ਵੀ ਪਈ ਹੈ ਰਿਕਾਰਡਿੰਗ। ਜਿਹੜੀ ਗੱਲ ਹੈਗੀ ਤੁਸੀਂ ਦੱਸੋ ਆਪਣੇ। ਅੱਛਾ, ਆਧਾਰ ਕਾਰਡ ਬਣਾਉਣ ਦੇ ਕਿੰਨੇ ਪੈਸੇ ਲੈ ਰਹੇ ਹੋ ਤੁਸੀਂ? ਅਸੀਂ ਕਈ 20 ਵੀ ਦੇ ਦਿੰਦੇ ਆ, 30 ਵੀ ਦੇ ਨਹੀਂ ਨਹੀਂ, ਉਦਾਂ ਤੁਸੀਂ ਲਾਈਵ 'ਚ ਤਾਂ ਕੁਝ ਹੋਰ ਬੋਲਿਆ। ਕਿੰਨੇ ਪੈਸੇ ਲੈ ਰਹੇ ਆਧਾਰ ਕਾਰਡ ਬਣਾਉਣ ਦੇ? ਆਧਾਰ ਕਾਰਡ ਤੇ ਵੈਸੇ ਤਾਂ ਕਿ ਕਈ ਲੋਕੀ 300 ਤੇ ਵੀ ਕਹਿੰਦੇ ਨੇ 300 ਤੇ ਅਸੀਂ ਕੋਈ ਸਕਦੇ ਹਾਂ 300 ਤੇ ਕਰਵਾ ਦਿੰਦੇ। ਤੁਸੀਂ ਇਹਦੇ ਕੋਲੋਂ ਕਿੰਨੇ ਮੰਗੇ ਸੀਗੇ ਜੀ? ਇਹ ਬੰਦਾ, ਇਹਦਾ ਬਿਆਨ ਹੈਗਾ ਤੁਹਾਡੇ ਕੋਲ, ਵਰਸ਼ਨ ਦਿੱਤਾ। ਉਹ ਕਹਿੰਦਾ ਮੇਰੇ ਕੋਲ 2500 ਰੁਪਏ ਚਾਰਜ ਮੰਗਿਆ ਸੀ। ਨਹੀਂ ਕਿੰਨੇ ਮੰਗੇ ਪੈਸੇ? ਕਿੰਨੇ? ਕਿਸ ਚੀਜ਼ ਦਾ ਮੰਗ ਰਹੇ? 500? ਇੱਥੇ ਤਾਂ ਕੁਝ ਲੱਗਦਾ ਹੀ ਨਹੀਂ ਤੁਹਾਡੇ ਵੈਸੇ ਆਧਾਰ ਕਾਰਡ ਬਣਾਉਣ ਦਾ। ਇਹਦੇ 'ਚ ਕਿਹਨੂੰ ਕਮਿਸ਼ਨ ਜਾਂਦੀ ਹੈ ਜੀ? 50 ਰੁਪਏ ਕੌਂਸਲਰ ਨੂੰ ਜਾ ਰਹੇ, ਉਸ ਤੋਂ ਇਲਾਵਾ ਕਿਹਨੂੰ ਕੀ ਜਾ ਰਿਹਾ ਜੀ? ਬਾਕੀ ਕਿਰਾਇਆ ਭਾੜਾ ਲੱਗ ਜਾਂਦਾ। ਕਿਰਾਇਆ ਭਾੜਾ ਤੁਹਾਡਾ? ਹਾਂਜੀ। ਤੇ ਇਹ ਬਣਾਉਣੇ ਕਿੱਥੋਂ ਦੀ ਆਧਾਰ ਕਾਰਡ ਇਹਨਾਂ ਦਾ? ਇਹ ਵੈਸੇ ਜੇ ਮੈਂ ਤਾਂ ਨਾ ਅੱਜ ਮੈਨੂੰ ਪਤਾ ਕੀਤਾ ਸੀਗਾ ਕਿਸੇ ਨੇ, ਉਹਨੇ ਮੈਨੂੰ ਦੱਸਿਆ ਸੀਗਾ ਰਾਮ ਨੇ ਕਿ ਰਾਹੁਲ ਕੌਣ ਹੈ ਜੀ? ਇਹਨਾਂ ਦੇ 4 ਬੰਦਿਆਂ ਦੀ ਟੀਮ ਹੈਗੀ ਹੈ। ਉਹ ਕਿੱਥੇ ਹੈਗਾ ਰਾਹੁਲ? ਉਹ ਹੁਣ ਪਤਾ ਨਹੀਂ ਕਿਸ਼ਨਪੁਰੇ ਕਹਿੰਦਾ, ਮੈਨੂੰ ਤਾਂ ਘਰ ਨਹੀਂ ਪਤਾ ਹੈਗਾ। ਤੇ ਘਰ ਨਹੀਂ ਪਤਾ, ਤੁਸੀਂ ਕੰਮ ਕਰ ਰਹੇ ਹੋ ਉਹਨਾਂ ਨਾਲ? ਨਹੀਂ, ਕੰਮ ਤੇ ਉਹ ਅਲੱਗ ਕੰਮ ਕਰਦਾ ਹੈ, ਮੈਂ ਅਲੱਗ ਫਾਰਮ। ਅੱਜ ਤੱਕ ਕਿੰਨੇ ਮੈਡਮ ਕਾਰਡ ਬਣਾ ਚੁੱਕੇ ਹੋ ਤੁਸੀਂ ਆਧਾਰ ਕਾਰਡ ਲੋਕਾਂ ਦੇ? ਮੈਂ ਨਹੀਂ, ਕੋਈ ਵੀ ਨਹੀਂ ਬਣਾਇਆ, ਅੱਜ ਹੀ ਤੁਹਾਡਾ ਹੋਇਆ ਹੈਗਾ, ਅੱਜ ਹੀ ਤੁਸੀਂ ਗਿਆ। ਤੁਹਾਡੇ ਇੱਥੇ ਜਿਹੜਾ ਸੁਵਿਧਾ ਕੇਂਦਰ ਜਿਹੜਾ ਅੰਦਰ ਆਲਾ ਜਿੱਥੇ ਤੁਸੀਂ ਖੜੇ ਹੋ, ਇਹਨਾਂ ਨਾਲ ਵੀ ਕੋਈ ਹੈਗਾ ਸਿਸਟਮ ਕਿ ਰਿਜੈਕਟ ਕਰਕੇ ਭੇਜ ਦਿਓ ਤੁਸੀਂ ਉਹ ਬਣਾਉਣੀ ਚੀਜ਼? ਨਹੀਂ ਨਹੀਂ, ਤੁਸੀਂ ਪਿਛਲੀ ਵੀਡੀਓ 'ਚ ਜਿਹੜਾ ਸਾਰਾ ਕਿਹਾ ਗਲਤ ਬੋਲਿਆ ਨੇ। ਹੁਣ ਇਦਾਂ ਹੈ ਕਿ ਮੈਂ ਨਹੀਂ ਥਾਣੇ ਫੋਨ ਕਰਤਾ ਹੈ। ਅੱਛਾ ਜੀ। ਮੇਰੇ ਚ ਟੀਮ ਆ ਰਹੀ ਹੈ, ਮੈਨੂੰ ਸਾਰਾ ਸੱਚ ਇਹਨਾਂ ਨੂੰ ਜਾਣਕਾਰੀ ਲੈਣ ਦੀ ਹੈ। ਮੈਡਮ ਤੁਹਾਡੇ ਕਹਿਣ ਦਾ ਮਤਲਬ ਕਿ ਇਹ ਇੱਕ ਜਿਹੜਾ ਸੁਵਿਧਾ ਕੇਂਦਰ ਹੈ, ਦੁਵਿਧਾ ਕੇਂਦਰ ਹੈ ਕਿ ਜਿੱਥੇ ਗੁੰਮਰਾਹ ਕਰ ਰਹੇ ਲੋਕਾਂ ਨੂੰ। ਗੁੰਮਰਾਹ ਕਰਕੇ ਬਾਹਰ ਭੇਜਦੇ ਆ ਤੇ ਉਹ ਇਹ ਨਾਲ ਪਾਰਕ 'ਚ ਬੈਠਦੇ ਆ, ਜਿਹੜਾ ਵਿਦਆਊਟ ਜਿਹੜਾ ਕੀ ਕਹਿੰਦੇ ਪ੍ਰੂਫ, ਉਹ 500 ਤੋਂ ਲੈ ਕੇ 1500 ਤੱਕ, 1200 1500 ਇਹ ਆਧਾਰ ਕਾਰਡ ਕਿਸੇ ਦਾ ਵੀ ਬਣਾ ਸਕਦਾ। ਕਿੰਨੀਆਂ ਕੰਪਲੀਟ ਆਈਆਂ ਤੁਹਾਨੂੰ ਇਸ ਬਾਰੇ? ਇਸ ਬਾਰੇ ਕਿੰਨੀਆਂ ਕੁ ਕੰਪਲੀਟ ਆ ਚੁੱਕੀਆਂ ਅੱਜ ਅੱਗੇ? ਸਵੇਰੇ ਰਾਜਕੁਮਾਰ ਜੀ ਆਪਣੇ ਵਾਰਡ 17 ਨੰਬਰ ਤੋਂ ਮਸ਼ੀਨਪੁਰਾ ਤੋਂ ਆਏ ਸੀ, ਮੈਥੋਂ ਕੰਪਲੇਂਟ ਲੈ ਕੇ। ਉਹਨਾਂ ਦੇ ਇੱਕ ਫਾਰਮ ਨੂੰ 3 ਵਾਰੀ ਗਲਤ ਕਰ ਦਿੱਤਾ ਗਿਆ। ਹਰ ਫਾਰਮ ਭਰਨ ਵਾਸਤੇ 30 ਰੁਪਏ ਲੈਂਦੇ ਆ, 90 ਰੁਪਏ ਉਹਨਾਂ ਦੇ ਉਹ ਲੱਗੇ, 500 ਰੁਪਇਆ ਪਲੱਸ ਕਿ ਅਗਰ ਮੈਡਮ ਨਹੀਂ ਸਾਈਨ ਕਰਦੇ ਕੋਈ ਗੱਲ ਨਹੀਂ, ਵਿਦਆਊਟ ਪ੍ਰੂਫ ਅਸੀਂ ਤੁਹਾਡਾ ਬਣਾ ਦਾਂਗੇ। ਇੱਕ ਹੋਰ ਲੜਕਾ ਆਇਆ ਸੀ, ਥੋੜੀ ਦੇਰ ਹੋ ਗਿਆ ਹੈ, ਉਹ ਵੀ ਤੁਹਾਨੂੰ ਦੱਸੇਗਾ। ਮਤਲਬ ਮੈਂ ਆ ਕੇ ਖੁਦ ਅੱਜ ਵਿਜ਼ਿਟ ਕੀਤਾ ਕਿ ਮੈਂ ਆ ਮੋਹਰ ਇਹਨਾਂ ਨੂੰ ਕਹਾਂ ਕਿ ਤੁਸੀਂ ਖੁਦ ਲਾ ਕੇ ਦਿਖਾਓਗੇ, ਕਿਉਂਕਿ ਇੱਕ ਪੇਪਰ ਔਰ ਫੋਟੋ ਦੇ ਵਿੱਚ ਥੋੜਾ ਜਿਹਾ ਅਨਬੈਲੈਂਸ ਹੋ ਜਾਂਦਾ ਹੈ ਕਿ ਇਹ ਮੇਰੀ ਮੋਹਰ ਹੈ ਔਰ ਮੇਰੇ ਹੀ ਸਾਈਨ ਹੈ। ਇਹਨੂੰ ਰਿਜੈਕਟ ਕਰਕੇ ਇਹਨਾਂ ਨੂੰ ਭੇਜਿਆ ਜਾਂਦਾ ਹੈ ਔਰ ਇਹ ਫਿਰ ਅੱਗੇ ਆਪਣੇ ਜੋ ਵੀ ਹਿਸਾਬ ਨਾਲ ਦੇਖ ਲੈਂਦੇ ਬੰਦਾ ਕਿ 1200 ਰੁਪਏ ਦੇ ਸਕਦਾ 1200 ਰੁਪਏ, 500 ਰੁਪਏ ਦੇ ਸਕਦਾ 500। ਤੁਸੀਂ ਆਧਾਰ ਕਾਰਡ ਬਣਾ ਸਕਦੇ। ਕਾਰਡ ਬਣਾ ਚੁੱਕੇ ਕਲੀਅਰ ਸਹੀ ਦੱਸੋ ਕਿੰਨੇ ਕਾਰਡ ਅਜੇ ਤੱਕ ਬਣਾਏ ਆਧਾਰ ਕਾਰਡ ਦੇ ਲੋਕਾਂ ਨੇ? ਆਧਾਰ ਕਾਰਡ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਪ੍ਰੂਫ ਬਣਾਏ ਅਜੇ ਤੱਕ ਤੁਸੀਂ? ਇਹਦਾ ਆਧਾਰ ਕਾਰਡ ਨਹੀਂ, ਕੁਛ ਨਹੀਂ ਬਣਾਇਆ। ਕੁਝ ਨਹੀਂ ਬਣਾਇਆ, ਇਸ ਤੋਂ ਇਲਾਵਾ ਕੁਝ ਹੋਰ ਪ੍ਰੂਫ? ਤੁਸੀਂ ਆਓ ਉੱਥੇ ਬੈਠੋ, ਡਰੋ ਪਾਣੀ ਲਾਓ। ਵੀ ਇੱਥੋਂ ਪੂਨੇ ਵਿੱਚ ਕਮਲ ਵਿਆਹ ਦੀ ਉਹ ਲੈ ਕੇ ਜਾਂਦੇ ਆ। ਅੱਛਾ, ਮੈਨੂੰ ਨਹੀਂ ਪਤਾ ਕਿੱਥੇ ਕਰਵਾਉਂਦੇ ਕਿੱਥੇ ਨਹੀਂ ਕਰਵਾਉਂਦੇ। ਕੀ ਨਾਮ ਤੁਸੀਂ ਲੜਕੀ ਦਾ ਜਿਹੜੀ ਤੁਹਾਡੇ ਨਾਲ ਕੰਮ ਕਰ ਰਹੀ? ਪੂਨਮ ਪੂਨਮ ਹੈ ਜੀ। ਕਮਲ ਉਹਦਾ ਮੋਬਾਈਲ ਨੰਬਰ ਦੱਸ ਸਕਦੇ ਹੋ ਤੁਸੀਂ? ਉਹ ਫੋਟੋ ਦਿਖਾ ਸਕਦੇ ਹੋ ਉਹਨਾਂ ਦੀ? ਕਿੰਨੇ ਜੇ ਚੋਂ ਕੰਮ ਕਰ ਰਹੇ ਉਹਨਾਂ ਨਾਲ ਤੁਸੀਂ? ਉਹ ਨਾ ਵੈਸੇ ਜਿੱਦਾਂ ਕਿ ਸਾਨੂੰ 3 ਮਹੀਨੇ ਹੋਏ ਆ ਆਏ ਨੂੰ, ਤੇ ਉਹ ਵੀ ਨਾ ਪਹਿਲਾਂ ਵੱਡੇ ਸੀ ਜਿਹੜੇ ਸੈਂਟ ਫਾਰਮ ਭਰਦੇ ਸੀਗੇ, ਉਹ ਫਿਰ ਸਾਨੂੰ ਦੇਖ ਕੇ ਵੀ ਆਉਣ ਲੱਗ ਗਏ। ਮੈਮ ਰਹਿੰਦੇ ਕਿੱਥੇ ਤੁਸੀਂ ਵੈਸੇ? ਮੈਂ ਕਿਸ਼ਨਪੁਰ ਕਿਸ਼ਨਪੁਰ ਦੇ ਰਹਿਣ ਵਾਲੇ। ਤੁਸੀਂ ਨਾਲੇ ਕਹਿੰਦੇ ਸਾਡਾ ਰਾਹੁਲ 3 ਮਹੀਨੇ ਤੋਂ ਜ਼ਿਆਦਾ
ਰਾਹੁਲ ਮੈਡਮ ਤੁਸੀਂ ਕਹਿ ਰਹੇ ਹੋ, ਤੁਸੀਂ ਕਹਿੰਦੇ ਮੈਂ ਵੀ ਕਿਸ਼ਨਪੁਰ ਰਹਿਣ ਵਾਲੀ, ਰਾਹੁਲ ਵੀ ਕਿਸ਼ਨਪੁਰ ਰਹਿਣ, ਤੁਸੀਂ ਨਾਲੇ ਵੀ ਕਹਿੰਦੇ ਜਾਣ। ਪੂਰੇ ਰਹਿੰਦਾ ਇਹ ਨਹੀਂ ਮੈਨੂੰ ਪਤਾ ਕਿੱਥੋਂ ਦਾ ਕਿ ਉਹ ਨਾ ਮੈਡਮ ਤੁਸੀਂ ਇੱਕ ਮੁਹੱਲੇ ਵਿੱਚ ਰਹਿ ਰਹੇ ਹੋ ਦੋਨੇ ਜਣੇ, ਫਿਰ ਵੀ ਬੰਦੇ ਨੂੰ ਕੋਈ ਜਾਣਕਾਰੀ ਹੋਊਗੀ ਤਾਂ ਹੀ ਤੁਹਾਡੇ ਨਾਲ ਕੰਮ ਕਰ ਰਿਹਾ। ਰਾਹੁਲ ਕੌਣ ਹੈ? ਜਿਹੜਾ ਇਹ ਉਹਦਾ ਕਿ ਦੁਆਬਾ ਚੌਂਕ ਦਾ ਹੈ, ਦੁਆਬਾ ਚੌਂਕ ਦੇ ਵਿੱਚ ਰਹਿੰਦਾ ਹੈਗਾ ਤੇ ਫਿਰ ਉਹ ਜਿੱਦਾਂ ਦੇਖੋ ਨਾ ਅੱਛਾ ਪੁਲਿਸ ਰੁਪਇਆ ਦੇ ਕਿਸੇ ਦਾ ਮੈਰਿਜ ਸਰਟੀਫਿਕੇਟ ਵੀ ਬਣਾ ਦੋ ਸਰ ਮੈਰਿਜ ਸਰਟੀਫਿਕੇਟ ਵੀ ਬਣਾ ਦਿਓ। 4500 ਮੈਡਮ ਦੇਖੋ ਕਲੀਅਰ ਗੱਲ ਦੱਸੋ ਕਿ ਚਲੋ ਆਪਾਂ ਤੁਹਾਡੇ ਨਾਲ ਆ, ਕੋਈ ਇੱਦਾਂ ਦੀ ਗੱਲ ਨਹੀਂ, ਥੋੜਾ ਕਲੀਅਰ ਦੱਸੋ। ਮੈਡਮ ਹਮੇਸ਼ਾ ਭਲਾਈ ਕੀਤਾ ਨਾ, ਲੋਕਾਂ ਦਾ ਮਾੜਾ ਨਹੀਂ, ਤੁਸੀਂ ਦੱਸੋ ਫਿਰ ਵੀ ਕੀ ਕੋਈ ਜਿਹੜੀ ਕਲੀਅਰ ਗੱਲਾਂ ਦੱਸ ਦਿਓ। ਦੇਖੋ ਜੇ ਗਲਤ ਕੰਮ ਹੋ ਰਿਹਾ ਨਾ, ਲੋਕਾਂ ਨਾਲ ਲੁੱਟ ਖਸੁੱਟ ਹੋ ਰਹੀ, ਕਿਉਂਕਿ ਇਹ ਆਉਂਦੇ ਨਾ ਕਈ ਕਸਟਮਰ ਆਉਂਦੇ ਆ ਤੇ ਕਹਿੰਦੇ ਕਿ ਪਤਾ ਕੀ ਹੁੰਦਾ ਕਿ ਇੱਕ ਸਾਈਡ ਤੇ ਚਾਰ ਜਾਣੇ ਹੋਏ ਸੀ, ਇਹਨਾਂ ਨੇ ਇੱਕ ਜਾਣੇ ਨੂੰ ਇੱਕ ਬਾਕੀ ਦੇ ਲੋਕ ਇਹਨਾਂ ਨੂੰ ਗਾਣਾ ਕਰਦੇ ਜਾਂਦੇ ਆ। ਇਹ ਸਾਡੀ ਫੈਮਿਲੀ ਹੈਗੀ ਹੈ, ਸਾਨੂੰ ਲੋਕਾਂ ਤੋਂ ਇਹ ਨਾ ਪਤਾ ਕੀ ਲੱਗਦਾ, ਫਿਰ ਅਸੀਂ ਨਾ ਕਹਿ ਦਿੰਦੇ ਕਿਸੇ ਵੇਲੇ ਕਿ ਅਸੀਂ ਨਾ ਕਰਦੇ ਤੁਸੀਂ ਫੈਮਿਲੀ ਹੈਗੀ, ਅਸੀਂ ਨਾਲ ਹੀ ਸਲਾਹ ਲੋਕਾਂ ਦਾ ਬਾਅਦ ਮੈਡਮ ਉੱਦਾਂ ਚਲੋ ਸਾਰੀ ਗੱਲਾਂ ਛੱਡੋ, ਇੱਥੇ ਵੀ ਜੇ ਕੋਈ ਤੁਹਾਡੇ ਕੋਲ ਸਟਾਫ ਮੈਂਬਰ ਕੋਈ ਨਾਲ ਲੜਿਆ ਹੈ ਜਾਂ ਤੁਹਾਡੇ ਕੋਲ ਕੋਈ ਪੈਸੇ ਲੈਂਦਾ ਜਾਂ ਤੁਹਾਡੇ ਕੋਲ ਕਲਾਇੰਟ ਜਾਂ ਕਸਟਮਰ ਭੇਜ ਰਿਹਾ ਇੱਦਾਂ ਕਿ ਜਿਹੜੇ ਵਿਚਾਰੇ ਮਜਬੂਰ ਆ ਇਸ ਟਾਈਮ? ਨਹੀਂ ਇਹ ਨਹੀਂ ਭੇਜਦੇ ਹੈਗੇ, ਅਸੀਂ ਸਿਰਫ ਬਾਹਰ ਇਹ ਨਹੀਂ ਭੇਜਦੇ। ਤੇ ਜਿਹੜੇ ਕੌਂਸਲਰ ਸਾਹਿਬ ਦਾ ਤੁਸੀਂ ਨਹੀਂ ਮੈਡਮ, ਜਿਹੜੇ ਕੌਂਸਲਰ ਸਾਹਿਬ ਦੀ ਗੱਲ ਕਰੋ ਤੁਸੀਂ 50 ਰੁਪਏ ਚਾਰਜ ਲੈ ਰਹੇ ਹੋ, ਉਹਨਾਂ ਕੋਲ ਕਿੰਨੇ ਕੁ ਫਾਰਮ ਅੱਜ ਤੱਕ ਭਰਵਾ ਚੁੱਕੇ ਜੀ, ਸਾਈਨ ਕਰਵਾਏ? ਨਹੀਂ ਫਾਰਮ ਤੇ ਨਹੀਂ ਹੁੰਦੇ, ਤੁਹਾਨੂੰ ਇੱਕ ਕਰਾਇਆ ਸੀ, ਇੱਕ ਹੀ ਕਰਾਇਆ ਸੀ, तो मैं करवा भी नहीं थी इसके ਤੇ ਫਿਰ ਉਹ ਵੀ ਕਹਿੰਦਾ ਮੈਡਮ ਤੁਹਾਨੂੰ 200 ਦਾ ਦੇ ਸਕਦਾ ਹੈ। ਮੈਂ ਕਿਹਾ ਚੱਲ 200 ਦਾ ਦੇ ਕੋਈ ਨਾ, ਵਿਚਾਰਾ ਗਰੀਬ ਸੀਗਾ, 50 ਨਾਲ ਕਿਤੇ ਹੈਗੇ ਆ ਤੇ ਫਿਰ हम ਜਿੱਦਾਂ ਕਿ ਬਾਹਰ ਉਹਦਾ ਮਾਡਲ ਕੰਮ ਹੋ ਗਿਆ, ਮਾਡਲ ਕੰਮ ਜਿਵੇਂ ਜਿਹੜੇ ਉਹਨਾਂ ਨੂੰ ਮੈਡਮ ਜਿਹੜੇ ਮੋਲਟਨ ਦੇ ਕੌਂਸਲਰ ਦੀ ਗੱਲ ਕਰ ਰਹੇ, ਸਿਕਿਉਰਿਟੀ ਗਾਰਡ ਤੁਸੀਂ ਕਹਿ ਰਹੇ ਸਾਈਨ ਕਰਵਾਉਂਦਾ ਉਹਨਾਂ ਦਾ, ਉਹ ਡਿਊਟੀ ਦੇ ਖਤਮ ਹੋ ਗਿਆ, ਹੁਣ ਨਵਾਂ ਆਇਆ ਹੋਇਆ ਉਹ ਵੀ ਕਰਵਾਉਂਦਾ ਵਾ, ਉਹ ਕਿਹੜੀ ਬੈਠਦੇ ਨਹੀਂ ਉਹ ਨਹੀਂ ਕਰਵਾਉਂਦਾ ਉਹਨਾਂ ਉਹ ਕੌਂਸਲਰ ਵੈਸੇ ਕਿਹੜੀ ਜਗ੍ਹਾ ਦਾ ਰਹਿਣ ਵਾਲਾ, ਮੋਲਟਨ ਕਿੱਥੇ ਕਰਕੇ ਏਰੀਏ ਦਾ? ਨਹੀਂ ਮਾਰ ਪਾਉਂਗਾ ਨਹੀਂ, ਅਸੀਂ ਜਦੋਂ ਕਿ ਇੱਥੋਂ ਸਟੈਂਪ ਲਗਾ ਕੇ ਨਾ ਤਾਂ ਜਿਹੜਾ ਪਹਿਲਾਂ ਸਕਿਉਰਟੀ ਗਾਰਡ ਸੀਗਾ ਅਸੀਂ ਉਹਨੂੰ ਦੇ ਦਿੱਤੇ ਸੀਗੇ ਪੈਸੇ, ਅਸੀਂ ਉਹ ਕਰ ਲੈਂਦਾ ਸੀਗਾ। ਹਾਂਜੀ ਤੇ ਜਿਹੜੇ ਇੱਥੇ ਦੇ ਕੌਂਸਲਰ ਤੁਸੀਂ ਦੱਸੇ ਕਿਸ਼ਨਪੁਰ ਵਾਲੇ, ਕੀ ਨਾਮ ਉਹਨਾਂ ਦਾ ਦੱਸਿਆ ਦੁਆਰਾ ਸੀ? ਅਵਤਾਰ ਸਿੰਘ, ਅਵਤਾਰ ਸਿੰਘ, ਪੂਰਾ ਨਾਮ ਕੀ ਹੈ ਇਹਨਾਂ ਦਾ? ਮੈਨੂੰ ਬਸ ਉਹਨਾਂ ਨੂੰ ਪਤਾ ਹੈ ਅਵਤਾਰ ਸਿੰਘ। ਵਾਪਸ क्या नाम है जी आपका? सर मेरा नाम राजकुमार है सर। कहाँ के रहने वाले हो? मैं सर जलंधर में रहता हूँ सर। कौन से एरिया में? सर विश्वविद्यालय में सर। क्या चक्कर आपका जो चल सर रहा है? मैंने पहले दिन आया था तो सर मैंने उनको बोला कि सर मेरे आधार कार्ड का एड्रेस चेंज करवाना है। किसको बोला था? सर को बोला था यहाँ सुविधा सेंटर में? हाँ सर। अच्छा। ये बोला फार्म भर के दे दो, मैडम का साइन लगाना। मैं किस मैडम को लगेगा तो काउंसलर का लगेगा। तो मैडम के पास गया, मैडम ने साइन करवा के दे दिए। फिर इनके पास आया गार्ड साहब ने, मैं सुबह नंबर लगवाने के लिए आया तो कह रहे नंबर नहीं चलेगा। कहेगा सर मैंने इसमें क्या गलती से नहीं चलेगा। कहता है नंबर पे आपने खुद को साइन किए। मैंने इनको सर को बोला ना सर मैं इसमें सोना है ना, मैं चांदी से मैं इसमें निकाल लूँगा, मैं तो साइन किया नहीं। मैडम को मोहर लगी है, मैडम को सब कुछ है। ये कहता है हमें नहीं मालूम, अगर मैडम से गल कर लेने तो मुझे सर। ये सर ने बोला मैंने आपको बताया तो मैडम से क्या करोगे? नहीं मैं सिक्योरिटी गार्ड खड़े सीखे? ये सामने सरदार जी सर। अच्छा जी। इनने फिर अपनी जीत पर परसों ये मेरे साथ बोले। मैंने इनके मैडम से गया, मैडम कहते हैं तो कोई साइन ऐसा है वैसा है वैसा है। तो मैडम मैंने बोला तो साइन मैडम के घर गया था, मैं मैडम से करवा के लेगा। तीसरा फार्म है मेरा, तो मैं 90 रुपये दे चुका हूँ मैडम। एक फार्म का 30 रुपये लेते हैं भरने का? हाँ भरने का 30 रुपये लेते कौन हैं भरता है? मैडम लोग भरते हैं। यही? हाँ, ये भी मैडम थे। मैं इनसे इनकी मना करने के बाद मैं इनसे फिर किया, मैं मैडम आप मेरा काम करवा दो, मुझे बहुत जरूरी है, मुझे घर पैसा भेजना है, मुझे करवा दो आधार कार्ड से। तो मैडम कहते हैं मैं आपको आपके लिए 500-600 रुपये तुम दे देना। मैं मैडम कुछ कम कर लो, मुझे इतनी भी तनख्वाह भी नहीं मिली मुझे। तो मैं कहा फिर बोले कितने दे सकते हैं? मैं कहा कुछ नहीं दे सकता। फिर मैंने भाई को फ़ोन किया, मैंने पैसे मंगवाया 500 रुपये। मैं बोला मैडम 500 रुपये दे। कितने रुपये चार्जेस मांगे तेरे को आधार कार्ड चेंज करना? 500 रुपये मांगे मेरे से। अच्छा जी। कहता 10 मिनट बैठो, आपको 500 रुपये मैं दे देना, मैं आपको काम करवाता हूँ। कहता आपको कहीं जाने की जरूरत नहीं, आप शनिवार को आके करवा लेना। भैया मैंने आपको करवाया थोड़ी अभी काम, आपने 500 रुपये मांगे हैं ना, मैं 500 भाई ब्रदर से मंगवाया ना 500 मैंने रुपये। लिए थोड़ी है, आपने बोले ना 500 रुपये। मैडम आपने बोले तो है ना उनको 500 रुपये दो। ਜੀ ਕਿ ਤੁਹਾਡਾ ਮੇਨ ਜਿੱਦਾਂ ਬਾਹਰ ਇੱਥੇ ਏਜੰਟ ਬੰਦੇ ਆ, ਇਹਦੇ 'ਚ ਕੋਈ ਤੁਹਾਡਾ ਵੀ ਰਲੀ ਭੁਗਤ ਹੈਗੀ ਕਿ ਜਿਹੜਾ ਇਹਨਾਂ ਕੋਲ ਕਮਿਸ਼ਨ ਲੈ ਰਹੇ ਸਾਰੇ? ਸਰ ਇੱਕ ਮਿੰਟ ਹੁਣ ਦੱਸੋ ਜੀ, ਜਿਹੜੇ ਬਾਹਰ ਏਜੰਟ ਬੰਦੇ ਆ ਇਹਦੇ ਬਾਰੇ ਕੀ ਤੁਹਾਡਾ ਕਹਿਣਾ ਜੀ?
ਸਾਨੂੰ ਕੋਈ ਜਾਣਕਾਰੀ ਨਹੀਂ ਇਹਦੇ ਬਾਰੇ। ਤੇ ਜਿਹੜੇ ਫਾਰਮ ਭਰਨ ਨੂੰ ਤੁਸੀਂ ਬਾਹਰ ਭੇਜਦੇ ਹੋ, ਤੁਸੀਂ ਇੱਕ ਨਹੀਂ, ਪਾਸ ਅਸੀਂ ਕੋਈ ਨਹੀਂ ਭੇਜੀ ਸਰ। ਉਹ ਤੁਹਾਡਾ ਸਿਕਿਉਰਿਟੀ ਗਾਰਡ ਕਹਿੰਦੇ ਆ ਬਾਹਰ ਭੇਜਦੀ। ਨਹੀਂ, ਅਸੀਂ ਨਹੀਂ ਭੇਜੀ। ਲਿਆਓ ਸਰ। आ जाओ, मैं दसो कि 10 टाइम में आना स्टेप करना होना था। आ जा बेटा, मैं लगाती हूँ, आपके सामने लगाऊँ ना, स्टेप लगाओ। सामने लगाती हूँ। ਤੁਸੀਂ लो बेटा, देखो ਪਹਿਲਾ ਫਾਰਮ ਤਾਂ ਹੈ ਮੈਂ ਕੀ ਫਰਕ ਆਈ ਇਹ ਚ ਤੋਂ देखो तुसी देखो स्टैम्प तो लो ये उन्होंने नंबर लाओ तो उन्होंने साइन कराओ। चल बेटा, रंगी ਜਿਹੜੇ ਮੁਸਲਮਾਨ ਆ ਉਹਨਾਂ ਨੂੰ ਸ਼ੈਲਟਰ ਦੇ ਦਿੰਦੇ ਆ, ਇਹਨਾਂ ਨੂੰ ਸਿਰਫ 50 ਰੁਪਏ ਦੇ ਲਾਲਚ ਵਾਸਤੇ। ਉਹ ਦੇਖੋ ਉੱਧਰ ਲੋਕੀ ਲੜਦੇ, ਉੱਧਰ ਲੋਕ मैडम जी ਉਹਦਾ ਫਾਇਦਾ ਕੀ ਫਾਈਲ ਅਪਲਾਈ ਕਰਦਾ ਰਿਐਕਸ਼ਨ ਆ ਜਾਵੇ। ਯਾਰ ਜਿਹੜੀ ਚੀਜ਼ ਹੈਗੀ ਆ ਉਹਦੇ ਸਾਹਮਣੇ ਤਾਂ ਲਗਾਉਣਾ ਚਾਹੀਦਾ ਹੀ ਆ ਨਾ। ਕਰ ਦਿੰਦੇ ਆ ਜੇ ਕੋਈ ਰਿਐਕਸ਼ਨ ਹੋਵੇ ਕੋਈ ਵਾਪਸ ਨਹੀਂ ਜਵਾਬ ਭਾਜੀ ਜਦ ਸਾਡੇ ਕੋਲ ਡਾਕੂਮੈਂਟ ਹੈ ਕਿ ਉਹਦੇ ਹਿਸਾਬ ਨਾਲ ਚਲਾਓ ਕੰਮ ਨੂੰ। ਸਾਨੂੰ 15 ਦਿਨ ਹੋ ਗਏ, 15 ਦਿਨਾਂ ਬਾਅਦ ਕਹਿੰਦੇ ਕੰਮ ਤੁਹਾਡਾ ਫਿਰ ਰਿਐਕਸ਼ਨ ਨਹੀਂ ਹੋਊਗਾ। 15 ਦਿਨ ਉਹ ਪੂਰੀ ਕਰਨੀ ਹੈ ਘਰੇ। ਹੁਣ ਮੈਂ ਉਹਨੂੰ ਛੱਡ ਕੇ ਪਹਿਲਾਂ ਛੱਡ ਕੇ ਕਹਿੰਦੇ ਕੋਈ ਨਹੀਂ ਹੋ ਜਾਊਗਾ। ਹੁਣ ਮੈਂ ਫਿਰ ਕੰਮ ਛੱਡ ਕੇ ਆਇਆ। ਐਮਐਲਏ ਸਾਹਿਬ ਨੂੰ ਮਿਲਦੇ ਹੀ ਕਰ ਲਓ, ਫਿਰ ਮੈਂ ਐਮਐਲਏ ਸਾਹਿਬ ਨਾਲ ਮਿਲ ਕੇ ਫਿਰ ਦਾ ਗੱਲ ਕਰਦਾ। ਸਰ ਕੀ ਮਾਮਲਾ ਜੀ ਤੁਹਾਡਾ ਕੀ? ਭਾਈ ਇਹਨਾਂ ਦੇ ਨਾ ਡੈਥ ਸਰਟੀਫਿਕੇਟ ਦੇ ਨਾ ਨਾਮ ਸ਼ਰਮਾ ਆ। ਸ਼ਰਮਾ ਹੈ ਨਹੀਂਗਾ, ਫਿਰ ਵੀ ਨਾਮ ਸ਼ਰਮਾ ਆ। ਅੱਛਾ ਅਸੀਂ ਕਿਹਾ ਜੀ ਸਾਡਾ ਸ਼ਰਮਾ ਕੱਟ ਦਿਓ, ਕੁੜੀ ਦੇ ਕੱਲ ਨੂੰ ਭਰਤੀ ਹੋਣਾ ਜੋ ਵੀ ਕਰਵਾਉਣਾ ਇਹਦੇ ਤੇ ਸਾਡਾ ਰਿਐਕਸ਼ਨ ਹੋਊਗਾ। ਇਹ ਕਹਿੰਦੇ ਸਾਨੂੰ ਆਹ ਡਾਕੂਮੈਂਟ ਲਿਆ ਕੇ ਦਿਓ। ਕਿੰਨੇ ਦਿਨਾਂ ਤੋਂ ਸਾਰੇ ਡਾਕੂਮੈਂਟ ਲਿਆ ਕੇ ਦਿੱਤੇ, ਲਿਆਉਣ ਤੋਂ ਬਾਅਦ ਹੁਣ ਕਹਿੰਦੇ ਜੀ ਫਿਰ ਪ੍ਰੂਫ ਤੁਹਾਡੇ ਗਲਤ ਵਾ ਹੋਰ ਲੈ ਕੇ ਆਓ। ਕਿੰਨੇ ਦਿਨਾਂ ਤੋਂ ਗੇੜੇ ਲਾ ਰਹੇ ਸਰ ਇਦਾਂ ਹੀ? ਹਾਂਜੀ, ਕਿੰਨੇ ਦਿਨਾਂ ਤੋਂ ਗੇੜੇ ਲਾ ਰਹੇ ਇਦਾਂ? 15 ਦਿਨ ਹੋ ਗਏ ਘੱਟੋ ਘੱਟ ਸਾਨੂੰ। ਕਿੰਨੇ ਗੇੜੇ ਲੱਗ ਚੁੱਕੇ ਜੀ? ਘੱਟੋ ਘੱਟ 4-5 ਦਿਨ ਇੱਥੇ ਲਾ ਕੇ ਕਚਹਿਰੀ 'ਚ ਘੁਮਾਇਆ। ਫਿਰ ਅਸੀਂ ਜਿਆਦਾ ਨਾ ਸ਼ਮਸ਼ਾਨ ਘਾਟ ਕੋਲ ਹੋ ਗਿਆ ਜਾਂ ਉਹ ਕਹਿੰਦੇ ਸਾਡੇ ਕੋਲ ਪ੍ਰੂਫ ਨਹੀਂ ਹੈਗੇ, ਉੱਥੇ ਜਾ ਕੇ ਗੱਲ ਹੋਈ। ਤੁਹਾਡੇ ਆਪਣੇ ਵਾਰਡ ਦੇ ਕੌਂਸਲਰ ਨੇ ਸਾਈਨ ਨਹੀਂ ਕੀਤੇ? ਸਾਡੇ ਆਪਣੇ ਤਾਂ ਕਿੱਥੇ ਆ? ਦੋ ਕੌਂਸਲਰ ਦੇ ਚਾਹੀਦੇ ਸੀ। ਅੱਛਾ, ਐਮਐਲਏ ਸਰ ਸੀਗੇ ਨਹੀਂ, ਫਿਰ ਦੂਸਰੀ ਕੌਂਸਲਰ ਦੀ ਮਿੰਤਾ ਕਰਕੇ ਸਾਈਨ ਕਰਵਾਇਆ। ਕਿਹੜੇ ਕੌਂਸਲਰ ਦੂਸਰੇ ਤੇ ਕਰਾਈ ਸਾਈਨ? ਉਹ ਪਤਾ ਨਹੀਂ ਖੁੱਲ੍ਹਾ ਰਹਿ ਗਿਆ। ਇੱਕ ਵਾਰ ਭੁੱਲਰ ਸਾਹਿਬ ਦੇ ਸਾਈਨ ਕਰਾਏ ਤੇ ਇਹ ਕਹਿੰਦੇ ਕੋਈ ਨਹੀਂ ਅਸੀਂ ਕਰ ਦਿੰਦੇ ਸਾਈਨ। ਉਹਨਾਂ ਨੇ ਕਿਹਾ ਕਹਿੰਦੇ ਕੋਈ ਨਾ ਸਾਈਨ ਕਰ ਦਿੰਦੇ ਆ। ਤੁਸੀਂ ਜਾ ਕੇ ਵਾਲੇ ਕਹਿੰਦੇ ਸਾਡੇ ਤੋਂ ਹੈ ਨਹੀਂ ਕਿ 10 ਸਾਲ ਹੋ ਗਏ ਬੰਦੇ ਨੂੰ ਮਰੇ ਆਪਾਂ ਸ਼ਮਸ਼ਾਨ ਘਾਟ ਵਾਲੇ ਸਿੱਧਾ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਤੋਂ? ਮੰਗ ਜ਼ੀਰੋ ਹੈ। ਸਾਡਾ ਕੰਮ ਕਰਕੇ ਮੰਗ ਕੀ ਹੈ ਜੀ? ਸਾਡੇ ਸਾਹਮਣੇ ਸਾਰੇ ਡਾਕੂਮੈਂਟ ਕਰਕੇ ਵੀ ਕਹਿੰਦੇ ਤੁਸੀਂ ਹੈ ਨਹੀਂ ਕਿ ਫਿਰ ਇਹ ਤੇ ਫਾਇਦਾ ਕੀ ਫਲ ਕਰਵਾਉਣ ਦਾ? ਡਾਕੂਮੈਂਟ ਸਾਰੇ ਮੈਡਮ ਬਾਅਦ ਚ ਆਬਜੈਕਸ਼ਨ ਕਰਦੇ ਨੇ, ਕਹਿੰਦੇ ਨਾ ਡਾਕੂਮੈਂਟ ਚਾਹੀਦੇ। नंबर नहीं अपन ले बेटा सारे दिखा कितने फार्म है? लो जी, कुछ भी लेके चला वो कोई मीटिंग चल रही है किसी लाल शीर लगा हाँ कितना बहुत
ਖਾਲੀ कोई जरूरी ਹਾਂ ਬੱਚੇ ਇਦਾਂ ਥੋੜਾ ਕਰੀਦਾ ਹੁੰਦਾ विक्टम कार्ड ਇਦਾਂ ਨਹੀਂ ਹੁੰਦਾ ਆ ਦੇਖ ਸਾਰੇ ਪੈਸੇ ਹੀ ਆ ਨਾ ਅਸੀਂ ਤਾਂ ਨਹੀਂ ਕੀਤਾ ਕਿਉਂ ਜ਼ਹਿਰ ਦੇ ਦਿਆ ਬੇਟਾ ਦੇਖੋ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਤੈਨੂੰ ਨਹੀਂ ਕੁਛ ਕਰੀਦਾ सर आप पर्सनल नंबर देते समय भी आपने पहले बोले कि सर आप ये नंबर नहीं चलेगा सर सुविधा कर रहे हैं सुविधा केंद्र है लोग कह रहे हैं कि पैसे कितने पैसे मांग रहे थे आपसे सर मैडम ने कौन सर भी मांगे सर ने बोला बाहर फार्म भरवाओ जी सर फार्म भरने के लिए नहीं कोई सुविधा यहाँ पे नहीं सर ये दरवाजा नहीं खोल रहे सर ये दरवाजा नहीं खोल रहे सर परसों कितने आएंगे बोले बाहर भरवा दिया करो कौन है इंचार्ज है कौन है पता नहीं सर ये कौन इंचार्ज है हाँ जी जनाब कह रहे हो 500 रुपया ले रहे हैं बाहर इसके बारे में की जानकारी कोई है ਸਾਡਾ ਕੋਈ ਲੈਣ ਦੇਣ ਨਹੀਂ ਨਾ ਸਾਨੂੰ ਜਾਣਕਾਰੀ ਦੇ ਬਾਰੇ ਕੋਈ बाहर फार्म भर हो रहे हैं तो कोई जानकारी नहीं ਨਹੀਂ ਸਰ ਸਾਡਾ ਬਾਹਰ ਕੋਈ ਮਸਲਾ ਨਹੀਂ ਹੈ ਅਸੀਂ ਤਾਂ ਆਪਣੀ ਸੇਵਾ ਕੇਂਦਰ ਦੇ ਵਿੱਚ ਆਧਾਰ ਕਾਰਡ ਸੇ ਸਾਡਾ ਫ੍ਰੀ ਫੋਨ ਲਈਦਾ ਫ੍ਰੀ ਭਰੀਦਾ ਬਾਕੀ ਜਿਹੜੇ ਹੈਗੇ ਆ ਜੋ ਕਿ ਫਾਈਲਾਂ ਦੇ ਹੈਗੇ ਆ, ਜੋ ਫੀਸ ਆਪਾਂ ਸੇਲ ਕਰੀਦੀ ਹੈ ਉਹਦੀ ਰਸੀਦ ਨਾਲ ਦੇ ਦੀ ਹਰੇ ਕੈਂਪੇਨ जो बाहर हो रहा है उसके बारे में कोई जानकारी नहीं ਸਰ ਜਿਹੜੀ ਮੁੰਡੇ ਨੂੰ ਤੁਸੀਂ 3 ਵਾਰੀ ਫਾਰਮ ਭਰਵਾਇਆ ਤੁਸੀਂ ਉਹਦੇ ਕੋਲ ਉਹ ਤੀਜੀ ਜਿਹੜਾ ਮੁੰਡੇ ਦੇ ਤੁਸੀਂ ਕਹਿ ਰਹੇ ਸਾਈਨ ਗਲਤ ਆ ਕੌਂਸਲ ਮੈਡਮ ਨੇ ਕੋਲ ਲਾ ਕੇ ਖੜ ਕੇ ਲਾਏ ਉਹੀ ਮੋਹਰਾ ਉਹੀ ਸਾਈਨ ਆ ਫਿਰ ਕਿੱਦਾਂ ਪਾਸ ਹੋ ਗਿਆ ਜੀ ਪਹਿਲਾਂ ਕਿਉਂ ਵਿਚਾਰੇ ਨੂੰ ਬਾਹਰ ਭੇਜਦੇ ਰਹੇ ਬਾਰ-ਬਾਰ 3 ਵਾਰੀ ਉਹਨੇ ਫਾਰਮ ਭਰਿਆ 30 ਰੁਪਏ ਖਰਚੇ ਬਾਹਰ ਉਹਦੇ ਚ ਆਟੋ ਫਿਲ ਸੀਗਾ ਮਤਲਬ ਕਿ ਗਲਤ ਸਟੈਂਪ ਦੇ ਉੱਪਰ ਕੀਤਾ ਹੋਇਆ ਸੀਗਾ ਓਵਰ ਰਾਈਟਿੰਗ ਸੀਗਾ ਦਿਖਾਤਾ ਸੀ 3 ਵਾਰੀ ਹੋਇਆ ਸਰ ਇਹਦੇ ਕਹਿਣ ਦਾ ਮਤਲਬ ਕਿ ਇਹ 30 ਰੁਪਏ ਬਾਹਰ ਉਹਨੇ ਖਰਚੇ ਆ ਬਾਹਰ ਏਜੰਟ ਬੈਠੇ ਚ ਤੁਹਾਨੂੰ ਵੀ ਕੋਈ ਕਮਿਸ਼ਨ ਹੈਗੀ ਸਰ ਇਦਾਂ ਸਰ ਸਾਡਾ ਕੋਈ ਕਿਸੇ ਨਾਲ ਕੋਈ ਕਮਿਸ਼ਨ ਨਹੀਂ ਲਾ ਤੇ ਤੁਹਾਡੇ ਬਾਹਰ ਏਜੰਟ ਕਿਉਂ ਬੈਠੇ ਜੀ ਸਾਡੇ ਕੋਈ ਮੰਨ ਲਓ ਜੇ ਕੋਈ ਗਰੀਬ ਬੰਦਾ ਆਂਦਾ ਅਨਪੜ੍ਹ ਆਂਦਾ ਜਿਹਨੂੰ ਫਾਰਮ ਭਰਨਾ ਨਹੀਂ ਆਂਦਾ ਉਹਦੇ ਬਾਰੇ ਤੁਹਾਡੀ ਕੀ ਫੈਸਿਲਿਟੀ ਹੈਗੀ ਅਸੀਂ ਬਾਹਰ ਭੇਜੀ ਦਾ ਨਾਮ ਨਹੀਂ ਫਿਰ ਫਾਰਮ ਕੋਲੋਂ ਭਰ ਦਿਓ ਤੁਸੀਂ नहीं फार्म पर ਫਾਰਮ ਅਸੀਂ ਕੋਰਸ ਕੋਲ ਆਧਾਰ ਕਾਰਡ ਦਾ ਫਾਰਮ ਅਸੀਂ ਫ੍ਰੀ ਆਫ ਕੋਸਟ ਕਰੀਦਾ ਤੇ ਉਹ ਕਹਿੰਦਾ 30 ਰੁਪਏ ਚਾਰਜ ਕਰ ਰਹੇ ਜੀ ਮੁੰਡਾ ਨਹੀਂ ਨਹੀਂ ਜਿਹਦੇ ਕੋਲ ਅਸੀਂ ਫੀਸ ਲਈ ਨਹੀਂ ਸੀ ਤੁਹਾਡਾ ਸਿਕਿਉਰਿਟੀ ਗਾਰਡ ਕਹਿੰਦਾ ਯਾਰ ਆਪ ਬੰਦਾ ਬਿਠਾਇਆ ਤੇ ਫਾਰਮ ਭਰਨ ਨੂੰ ਸਰ ਫਾਰਮ 40 ਰੁਪਏ ਲੈਂਦਾ ਉਹ ਜਿਹੜੇ ਲਈਦੇ ਆ ਉਹਦੀ ਰਸੀਦ ਵੀ ਦੇ ਦੇ ਆਧਾਰ उन्होंने ਕਾਰਡ 40 रुपये लेना 40 ਰੁਪਏ ਲੈਂਦਾ ਸਿਕਿਉਰਿਟੀ ਗਾਰਡ ਨੇ ਕਿਹਾ ਪੁੱਛ ਲਓ ਬੁਲਾ ਕੇ रुपये दिया हूँ सर ਦੂਸਰਾ ਫਾਰਮ ਹੋਊਗਾ उसको ਉਹਦੇ ਆਪਾਂ ਫੀਸ ਲਈ ਜਾਂਦੇ ਆਪਾਂ गार्ड ने खुद को बोला बाहर भरवा लिया करो अब ये गार्ड नहीं भर रहे अभी ये ਨੰਬਰ ਨਹੀਂ ਪਿਆ ਹੋਇਆ ਸੀਗਾ ਸਟੈਂਪ ਦੇ ਵਿੱਚ ਆਇਆ ਨਹੀਂ ਠੀਕ ਹੈ ਜੀ ਮੈਡਮ ਨੇ ਪੈਨ ਦੇ ਨਾਲ ਫਿਲ ਕਰ ਦਿੱਤਾ ਇਹ ਸਰ ਜਿਹੜੀਆਂ ਗਾਈਡਲਾਈਨਸ ਹੈ ਸਾਡੇ ਆਧਾਰ ਦੀਆਂ ਉਹਦੇ ਮੁਤਾਬਿਕ ਨਹੀਂ ਚੱਲਣਾ ਨਹੀਂ ਅਸੀਂ ਇਹ ਇਹਨੂੰ ਮਨਾ ਕੀਤਾ ਕਿ ਇਹ ਨਹੀਂ ਚੱਲਣਾ ਦੁਬਾਰਾ ਚੈੱਕ ਲਗਵਾਉਣਾ ਇਸ 'ਚ ਅਸੀਂ ਗਲਤ ਹਾਂ ਤੇ ਸਾਨੂੰ ਦੱਸ ਦਿਓ ਹੁਣ ਤੁਹਾਡੇ ਸਾਹਮਣੇ ਹੀ ਆ ਦੇਖ ਲਓ ਵਾਰਡ ਨੰਬਰ ਜਿਹੜਾ ਨੰਬਰ ਐਨ ਉਹ ਆ ਉਹ ਪੈਨ ਦੇ ਨਾਲ ਫਿਲ ਕੀਤਾ ਹੋਇਆ नहीं 40 रुपये केड़े दूसरे केड़े फॉर्म है 40 रुपये ਸਰ ਉਹ ਬਾਕੀ ਸਾਰੀਆਂ ਸਰਵਿਸ ਹੈਗੀਆਂ ਕਾਫੀ ਸਾਰੀ ਸਰਵਿਸ केड़ी सर्विस है जी 40 रुपये ਬਰਥ ਸਰਟੀਫਿਕੇਟ ये फॉर्म भरने दे 40 रुपये सरकार वालों फीस है ਨਹੀਂ ਸਰ ਉਹ ਸਾਰੀ ਆਪਾਂ ਜਿਹੜੀ ਫਾਰਮ ਭਰਦੇ ਕੋਈ 40 ਰੁਪਏ ਫੀਸ ਹੈਗੀ ਜਿੰਨੀਆਂ ਫੀਸਾਂ ਹੈਗੀਆਂ ਉਹਨਾਂ ਨੂੰ ਸਾਡਾ ਨਾਲ ਦੇ ਐਪਲੀਕੇਸ਼ਨ ਫੀਸ ਹੁੰਦੀ ਹੈ ਗਵਰਨਮੈਂਟ ਫੀਸਾਂ ਬਹੁਤ ਘੱਟ ਹੈਗੀਆਂ 50 ਹੈਲੋ ਕਿਉਂਕਿ ਹਾਂਜੀ ਅਸੀਂ ਕੱਲ ਡੀਸੀ ਸਾਹਿਬ ਨੂੰ ਮਿਲਾਂਗੇ ਹੋਰ ਵੀ ਕਾਫੀ ਲੋਕਾਂ ਦੀਆਂ ਇੱਥੇ ਮੁਸ਼ਕਲਾਂ ਆਉਂਦੀਆਂ ਸਰ ਜਿੱਦਾਂ ਸੁਵਿਧਾ ਕੇਂਦਰ ਕਾਫੀ ਬਣੇ ਹੋਏ ਆ ਸ਼ਹਿਰ ਦੇ ਵਿੱਚ ਕਿ ਤੁਹਾਨੂੰ ਕੀ ਲੱਗਦਾ ਨਹੀਂ ਕਿ ਇੱਥੇ ਸਾਰੇ ਪਾਸੇ ਇਹੀ ਕੰਮ ਹੀ ਚੱਲ ਰਿਹਾ ਇਹ ਸੁਵਿਧਾ ਦੀ ਸੁਵਿਧਾ ਹੈ ਖੇਤਰ ਦੀ ਸਰਕਾਰ ਤੇ ਪੰਜਾਬ ਦੀ ਸੁਵਿਧਾ ਕੇਂਦਰ ਨਹੀਂ ਅਸੁਵਿਧਾ ਕੇਂਦਰ ਹੈ ਲੋਕ ਬਹੁਤ ਪਰੇਸ਼ਾਨ ਹੈ ਜਨਤਾ ਪਰੇਸ਼ਾਨ ਹੈ ਕਿਉਂਕਿ ਸੁਣਨ ਵਾਲਾ ਕੋਈ ਨਹੀਂ ਕਿਉਂਕਿ ਪੰਜਾਬ ਦਾ ਜਿਹੜਾ ਪਹਿਰੇਦਾਰ ਮੁਖੀਆ ਬਣਿਆ ਪੰਜਾਬ ਦਾ ਕੈਪਟਨ ਅਮਰਿੰਦਰ ਸਿੰਘ ਇਹ ਇਹਨਾਂ ਨੂੰ ਕੋਈ ਡਰ ਹੋਵੇ ਕਿ ਇਹ ਕੰਮ ਨਾ ਹੋਣ ਜੇ ਦੇਖੋ ਕੋਈ ਭਾਈ ਸਾਹਿਬ 500 ਰੁਪਏ ਕਹਿ ਰਿਹਾ ਕੋਈ 10 ਰੁਪਏ ਕਹਿ ਰਿਹਾ ਹੈ ਕੋਈ 40 ਰੁਪਏ ਲੈ ਰਿਹਾ ਇਹਨਾਂ ਨੂੰ ਕੋਈ ਸੁਣਨ ਵਾਲਾ ਨਹੀਂ ਕਿਉਂਕਿ ਭ੍ਰਿਸ਼ਟਾਚਾਰ ਚਰਮ ਸੀਮਾ ਦੇ ਉੱਤੇ ਹੈ ਕਿ ਸਾਰੀ ਗੱਲ ਨੂੰ ਲੈ ਕੇ ਕੱਲ ਡੀਸੀ ਸਾਹਿਬ ਨੂੰ ਸਮਝਾਓ ਜਿਹੜੇ ਸਰ ਕੁੜੀ ਜਿਹੜੀ ਬਾਹਰ ਏਜੰਟ ਆਪਾਂ ਮੈਡਮ ਉਹਨਾਂ ਨੇ ਬਿਠਾਈ ਬੈਠੇ ਇੱਥੇ ਲੈ ਕੇ ਉਹਨੂੰ ਉਹਨਾਂ ਗੱਲਬਾਤ ਕੀਤੀ ਉਹ ਕਹਿੰਦੇ ਜੀ 500 ਤੋਂ 700 1000 ਰੁਪਇਆ ਆਧਾਰ ਕਾਰਡ ਬਣਾਉਣ ਦਾ ਲੈਂਦੇ ਆ ਇਹਦੇ ਵਿੱਚ ਕਈ ਫਾਰਮ ਇਦਾਂ ਦੇ ਕੋਈ ਵਾਰਡ ਨੰਬਰ 60 ਦੇ ਕੌਂਸਲਰ ਹੈਗੇ ਅਵਤਾਰ ਸਿੰਘ
ਉਹ 50 ਰੁਪਏ ਚਾਰਜ ਕਰਦੇ ਇਹਨਾਂ ਤੋਂ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਮੈਨੂੰ ਕੋਈ ਜਾਣਕਾਰੀ ਨਹੀਂ ਹੈ, ਮੈਂ ਕੋਈ ਜਾਣਕਾਰੀ ਲਾਂਗਾ, ਜਾਣਕਾਰੀ ਤੋਂ ਬਾਅਦ ਖਾਲੀ ਫਾਰਮਾਂ ਉੱਤੇ ਵੀ ਸਰ ਸਾਈਨ ਕੀਤੇ ਹੋਏ ਜੀ, ਮੋਹਰਾਂ ਲੱਗੀਆਂ ਹੋਈਆਂ, ਗਲਤ ਗੱਲ ਨਹੀਂ ਕਰਨੀ ਚਾਹੀਦੀ। ਜਿਹਦੇ ਵਿੱਚ ਕਾਫੀ ਮਾਤਰਾ 'ਚ ਕੋਈ ਮੁਸਲਮਾਨ ਹੈ, ਵਿੱਚ ਕੋਈ ਕੁਛ ਹੈ, ਸਾਰੇ ਇੱਦਾਂ ਬਣਾਏ ਜੀ ਇਹਨਾਂ ਨੇ। ਇਹ ਮੈਂ ਕਹਾਂਗਾ ਕਿ ਕੱਲ ਸ਼ਿਕਾਇਤ ਕਰਾਂਗਾ ਮੈਂ ਡੀਸੀ ਸਾਹਿਬ ਨੂੰ, ਜਿਹੜਾ ਕੀ ਗੱਲ ਅਗਰ ਇਸ ਤਰ੍ਹਾਂ ਖਾਲੀ ਫਾਰਮਾਂ ਦੇ ਸਾਈਨ ਕਰਕੇ ਕੋਈ ਵੀ ਪਾਰਸਲ ਦਿੰਦਾ ਹੈ, ਉਹਦੇ ਉੱਤੇ ਵੀ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ। ਸਰ ਇੱਦਾਂ ਕਈ ਸ਼ਹਿਰ ਬਣਾ ਬਾਹਰੋਂ ਕਈ ਪ੍ਰਵਾਸੀ ਜਿੱਦਾਂ ਆਏ ਹੋਏ ਆ, ਕੋਈ ਬੰਗਲਾਦੇਸ਼ੀ ਮੁਸਲਮਾਨ ਕੋ ਕੁਛ ਆ, ਉਹਨਾਂ ਨੇ ਇੱਥੇ ਆਧਾਰ ਕਾਰਡ, ਨੀਲੇ ਕਾਰਡ ਸਭ ਕੁਝ ਬਣਿਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਦੇਖੋ ਇਹ ਤਾਂ ਇਹਦੇ ਬਾਰੇ ਮੈਂ ਪਾਰਸਲਾਂ ਨੂੰ ਔਰ ਵਿਧਾਇਕਾਂ ਨੂੰ ਕਹਿਣਾ ਚਾਹਾਂਗਾ, ਕਿਉਂਕਿ ਜਿਹੜੇ ਇਸ ਤਰ੍ਹਾਂ ਆ ਰਹੇ ਆ ਉਹਨਾਂ ਦੇ ਫਾਰਮ ਨਾ ਟੈਸਟ ਕੀਤੇ ਜਾਣ, ਔਰ ਇਹਦੇ ਬਾਰੇ ਇੱਕ ਸ਼ਿਕਾਇਤ ਪੱਤਰ ਜਲਦੀ ਹੀ ਜਲੰਧਰ ਦੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਔਰ ਡੀਸੀ ਸਾਹਿਬ ਨੂੰ ਦੇਵਾਂਗੇ ਕਿ ਇਹ ਕੰਮ ਬੰਦ ਹੋਣਾ ਚਾਹੀਦਾ। ਬਸ ਮੈਂ ਪ੍ਰਸ਼ਾਸਨ ਨੂੰ ਨਿਵੇਦਨ ਕਰਨਾ ਚਾਹਾਂਗੀ ਕਿ ਆ ਕੇ ਖੁਦ ਜਿਹੜੇ ਸੇਵਾ ਕੇਂਦਰ ਹੈ ਇਹ ਕਾਬਿਲ ਆਫਿਸਰ ਤੋਂ ਚੈਕਿੰਗ ਕਰਵਾਓ ਕਿ ਜਿਹੜੇ ਲੋਕਾਂ ਨੂੰ ਆਪਾਂ ਸੇਵਾ ਕੇਂਦਰ ਜਿਹੜੇ ਦਿੱਤੇ ਲੋਕਾਂ ਦੀ ਸੇਵਾ ਵਾਸਤੇ ਉੱਥੇ ਆ ਕੇ ਦੁਰਵ ਧੰਦੇ ਨਾ ਚੱਲਦੇ ਹੋਣ, ਇਹ ਉਹ ਪ੍ਰਸ਼ਾਸਨ ਦੇਖੇ। ਮੈਂ ਬਹੁਤ ਪਰੇਸ਼ਾਨ ਸੀ ਕਿਉਂਕਿ ਮੇਰੇ ਵਾਰਡ ਦੇ ਕਾਫੀ ਨਿਵਾਸੀ ਮੇਰੇ ਕੋਲ ਆ ਕੇ ਸ਼ਿਕਾਇਤ ਕਰਦੇ ਸੀ ਕਿ ਮੈਡਮ ਉੱਤੇ ਇੱਕ ਫਾਰਮ ਜਿਹੜਾ ਇੱਕ ਆਧਾਰ ਕਾਰਡ ਬਣਾਉਣ ਵਾਸਤੇ ਸਾਡਾ 1000 ਰੁਪਏ ਦਾ ਖਰਚਾ ਹੈ। ਮੈਂ ਅੱਜ ਫੇਰ ਇਸ ਮੌਕੇ 'ਤੇ ਆ ਕੇ ਚੈੱਕ ਕੀਤਾ ਹੈ ਅਤੇ ਮੈਂ ਦੇਖਿਆ ਹੈ ਕਿ ਵਾਕਈ ਲੋਕ ਬਹੁਤ ਪਰੇਸ਼ਾਨ ਹੈ ਅਤੇ ਇਹ ਹੁਣ ਪ੍ਰਸ਼ਾਸਨ ਨੇ ਉਹਨਾਂ ਦੇ ਧਿਆਨ ਵਿੱਚ ਲਿਆਉਣਾ ਚਾਹ ਰਹੀ ਸੀ। ਜੋ ਮੈਂ ਆਪਣੀ ਡਿਊਟੀ ਦਿੱਤੀ ਹੈ ਹੁਣ ਅੱਗੇ ਆ ਕੇ ਪ੍ਰਸ਼ਾਸਨ ਦੇਖੇ ਕਿ ਇੱਥੇ ਹੁਣ ਅਸੀਂ ਸੇਵਾ ਕੇਂਦਰਾਂ ਦਾ ਕੀ ਕਰਨਾ ਹੈ। ਮੈਨੂੰ ਜਿਹੜੀ ਲੜਕੀ ਹੈ ਏਜੰਟ ਬੈਠੀ ਹੈ, ਇਹਦੇ ਕੋਲ ਖਾਲੀ ਫਾਰਮਾਂ ਉੱਤੇ ਵੀ ਮੋਹਰਾਂ ਲੱਗੀਆਂ, ਸਾਈਨ ਕੀਤੇ। ਮੋਹਰਾ ਹੈ ਭਾਈ ਸਾਹਿਬ, ਵਿਚਾਰੀ ਗਰੀਬ ਹੈ, ਜ਼ਰੂਰਤਮੰਦ ਹੈ, ਇਹਨੂੰ ਇਸਤੇਮਾਲ ਦਿੱਤਾ ਜਾ ਰਿਹਾ ਹੈ। ਮੈਂ ਸਾਰਾ ਮੇਰੇ ਖਿਆਲ 2 ਘੰਟੇ ਹੋ ਗਏ ਉਹਨਾਂ ਗੱਲਬਾਤ ਚੱਲਦੀ ਹੈ, ਮੈਨੂੰ ਆ ਦੇਖੋ ਫਾਰਮ ਵੀ ਮਿਲੇ ਹੈ। ਵਿਦਾਊਟ ਭਰਿਆ ਫਾਰਮ, ਭਰਿਆ ਹੋਇਆ ਫਾਰਮ ਜਿੱਤੇ ਸਟੈਂਪ ਔਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਜਾਣੇ ਦੀ ਨਹੀਂ, ਇਹ ਬੱਚਾ ਹੈ ਔਰ ਜ਼ਰੂਰਤਮੰਦ ਬੱਚਾ ਹੈ, ਇਹਦੀ ਵਰਤੋਂ ਕੀਤੀ ਜਾ ਰਹੀ ਹੈ। ਬਾਕੀ ਰਾਹੁਲ ਔਰ ਪੂਨਮ, ਜਿਹੜੀ ਪੂਨਮ ਕਮਲ ਵਿਹਾਰ ਤੋਂ ਹੈ, ਰਾਹੁਲ ਕਿੱਥੋਂ ਦਾ ਕਿਸ਼ਨਪੁਰੇ, ਉਹ ਲੜਕਾ ਔਰ ਉਹ ਲੇਡੀ ਮਿਲ ਜਾਂਦੇ ਆ ਤੇ ਫਿਰ ਅਸੀਂ ਅੱਗੇ ਕਾਰਵਾਈ ਕਰਾਂਗੇ। ਸੇਵਾ ਕੇਂਦਰ ਜਿਹੜੇ ਆ ਨਾ ਉਹਨਾਂ 'ਚ ਇੱਕ ਵਾਰੀ ਆਪਣੇ ਤੌਰ 'ਤੇ ਚੈਕਿੰਗ ਕਰਾਈ ਜਾਵੇ ਕਿ ਵਾਕਈ ਇੱਥੇ ਜਨਤਾ ਦੀ ਸੇਵਾ ਹੋ ਰਹੀ। ਬਸ ਧੰਨਵਾਦ। जो भी है अंसारी है ना, ठीक है ना, अंसारी क्योंकि बाहरले अपने पंजाबी नहीं है, जेड़ा वो प्रूफ नहीं है तो उन्होंने आप कितना साइन करवा सकते? गलत है ना? गलत है जी। दो नंबर पे काम किया जाना, उन्होंने कहना जी कि मतलब कि 500 रुपया दे के फिर कुछ गलत काम हो जाए। अरे कितने का बड़ा सीधा करते और प्रिंसिपल सर उन्होंने प्रॉब्लम ਹਾਂਜੀ ਬੇਟਾ, ਇਹ ਮੈਮ ਜਿਹੜਾ ਤੁਹਾਡੇ ਕੋਲ ਫਾਰਮ ਆ, ਇਹ ਤੁਸੀਂ ਕਿਹਨੂੰ ਦੇ ਰਹੇ ਹੋ ਜੀ? ਕੌਂਸਲਰ ਮੈਮ ਨੂੰ ਦੇ ਰਹੇ ਜੀ? ਸਾਰੇ ਫਾਰਮ ਦੇ ਰਹੇ ਜੀ? ਹਾਂਜੀ ਮੈਮ। ਜਿਹੜੇ ਫਾਰਮ ਹੈ ਨਾ ਇਹਨਾਂ ਤੋਂ ਸੀਗੇ ਬੈਗ 'ਚ ਮਿਲੇ, ਉਹ ਸਾਰੇ ਇਹਨਾਂ ਨੇ ਮੈਨੂੰ ਦੇ ਦਿੱਤੇ ਤੇ ਇਹਨੂੰ ਹੁਣ ਇਹਨਾਂ ਦੇ ਮੰਮੀ ਨੂੰ ਔਰ ਬ੍ਰਦਰ ਨੂੰ ਬੁਲਾ ਲਿਆ। ਅੱਛਾ ਜੀ, ਅਸੀਂ ਇਹ ਗੁੜੀਆਂ ਨੂੰ ਉਹਨਾਂ ਦੇ ਪੇਰੈਂਟਸ ਦੇ ਹੈਂਡ ਓਵਰ ਕਰ ਦਿੱਤਾ। ਠੀਕ ਹੈ ਜੀ। ਬਾਕੀ ਇਹ ਸਰਕਾਰ ਦੇ ਇਹਨਾਂ ਨੂੰ ਮੋਹਰੇ ਬਣਾਉਂਦੇ ਆ, ਬੱਚੇ ਦਾ ਇੰਨਾ ਕਸੂਰ ਨਹੀਂ ਹੈ ਕਿਉਂਕਿ ਇਹ ਜ਼ਰੂਰਤਮੰਦ ਹੈ, ਇਹਨਾਂ ਦੀ ਜ਼ਰੂਰਤ ਦਾ ਫਾਇਦਾ ਉਠਾ ਰਹੇ ਹੈ। ਮੇਰੀ ਜਨਤਾ ਨੂੰ ਇਹ ਅਪੀਲ ਹੈ ਕਿ ਪੈਸੇ ਦੇ ਕੇ ਮਤਲਬ ਸ਼ਾਰਟਕਟ ਨਾ ਅਪਣਾਓ, ਮਿਹਨਤ ਨਾਲ ਕੰਮ ਕਰੋ, ਕਿਤੇ ਵੀ ਹੈ ਆਪਣੀ ਇਮਾਨਦਾਰੀ ਦਿਖਾਓ, ਤਾਂ ਹੀ ਸਾਡੇ ਸਮਾਜ ਦਾ ਕੁਝ ਹੋ ਸਕਦਾ ਹੈ, ਅਦਰਵਾਈਜ਼ ਕੁਝ ਨਹੀਂ। ਮੈਂ ਤਾਂ ਕਹਿੰਦੀ ਮੈਡਮ ਮੈਨੂੰ ਕੋਈ ਨੌਕਰੀ ਵਾਪਸ ਇੱਕ ਇਮਾਨਦਾਰ ਕੰਮ ਕਰਦੀ ਆਈ ਇਹਨਾਂ ਕੋਈ ਨਹੀਂ ਬੜਾ ਕਰਦੀ ਨਹੀਂ ਨਿਕਾਲੀ ਨਹੀਂ ਹੈ, ਇਦਾਂ ਦੇ ਮੁੰਡੇ ਤੇ ਆਉਂਦੇ ਨਾ ਹਾਂਜੀ ਮੈਨੂੰ ਪਛਾਣ ਆ ਜੀ ਮੁੰਡੇ ਮੈਂ ਇੰਨਾ ਕਦੀ ਹਾਂਜੀ ਮੈਮ। ਕੀਤਾ ਹੀ ਨਹੀਂਗਾ, ਮਤਲਬ ਕਦੀ ਨੌਕਰੀ ਵਾਸਤੇ ਪਰੇਸ਼ਾਨ ਹੈ। ਅੱਜ ਅਸੀਂ ਸ਼ਾਲੂ ਜੀ ਹੈ, ਇਹਨੂੰ ਆਪਣੀ ਕੰਪਿਊਟਰ ਸੈਂਟਰ 'ਚ ਜਿਹੜੀ ਹੈ ਜੌਬ ਦੇਣਗੇ। ਅੱਜ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ। ਹਾਂਜੀ ਮੈਮ। ਗੱਲ ਨਹੀਂ, ਜੇ ਗੁੜੀਆ ਨੀਡੀ ਹੈਗੀ ਹੈ ਤਾਂ ਆਪਾਂ ਇਹਦੀ ਹੈਲਪ ਕਰਾਂਗੇ। ਮੇਰੇ ਕੋਲ ਵੀ ਵਰਕ ਹੈਗਾ ਇੱਦਾਂ ਦੇ, ਮੈਂ ਵੀ ਇੱਕ ਮਤਲਬ ਸੋਸ਼ਲ ਵਰਕਰ ਤਾਂ ਹੈ ਹੀ ਆ, ਨਾਲ ਮੇਰੇ ਕੋਲ ਗਵਰਨਮੈਂਟ ਦੀ ਆਈਡੀ ਚੱਲਦੀ ਪਈ ਹੈ ਜਿਹਦੇ ਲਈ ਮੈਨੂੰ ਵੀ ਜ਼ਰੂਰਤ ਹੈਗੀ ਹੈ ਕੋਈ ਚਲੋ ਇਹ ਗੁੜੀਆ ਜਿਹੜੀ ਨੀਡੀ ਹੈ, ਜੇਕਰ ਇਹ ਕਰ ਸਕਦੀ ਹੋਊਗੀ
ਤਾਂ ਮੈਂ ਇਹਨੂੰ ਜ਼ਰੂਰ ਇਹ ਮੌਕਾ ਦੇਣ ਦੀ ਕੋਸ਼ਿਸ਼ ਕਰੂੰਗੀ। ਮੈਮ ਕੀ ਕਹਿਣਾ ਚਾਹੋਗੇ ਤੁਹਾਨੂੰ ਨੌਕਰੀ ਮਿਲ ਗਈ ਹਾਂਜੀ ਚਲੋ ਮੈਡਮ ਨੇ ਨੌਕਰੀ ਵੀ ਦਿਲਾਤੀ, ਮੈਂ ਤਾਂ ਕਰਨ ਨੂੰ ਤਿਆਰ ਹਾਂ।